ਹੁਣ ਅਸੀਂ ਸ਼ੁਰੂ ਕਰਦੇ ਹਾਂ ਜੀ ਅਭਿਆਸ 2.6 ਉਹਦਾ ਪਹਿਲਾ ਪ੍ਰਸ਼ਨ ਹੈ। ਉਹਦੇ ਵਿੱਚ ਤੁਹਾਨੂੰ ਗੁਣਾ ਕਰਨ ਨੂੰ ਕਿਹਾ ਗਿਆ 0.2 ਨੂੰ 6 ਨਾਲ ਗੁਣਾ ਕਰਨ ਲਈ। ਤੁਸੀਂ ਸਿੰਪਲ ਜਿਸ ਤਰ੍ਹਾਂ ਛੋਟੀਆਂ ਕਲਾਸਾਂ 'ਚ ਮੈਥ ਦੀ ਛੋਟੇ ਖਾਨਿਆਂ ਵਾਲੀ ਕਾਪੀ ਹੁੰਦੀ ਸੀ, ਤੁਸੀਂ ਲਿਖ ਲੈਣਾ 0.2 ਹੇਠਾਂ ਗੁਣਾ 6। ਦਸ਼ਮਲਵ ਨੂੰ ਇੱਕ ਵਾਰ ਆਪਣੇ ਮਨ ਦੇ ਵਿੱਚੋਂ ਕੱਢ ਦਿਓ। ਤੁਸੀਂ ਸਪੋਜ਼ ਕਰੋ, ਸੋਚੋ ਸਿੰਪਲ ਗੁਣਾ ਹੈ। ਸਭ ਤੋਂ ਪਹਿਲਾਂ 6 ਦੂਣੀ 12, ਹਾਸਲ ਕਿੰਨਾ ਆਇਆ ਜੀ 1। ਉਹਨੂੰ ਅਗਲੇ ਖਾਨੇ 'ਚ ਲਿਖ ਦਿਓ। 6 ਗੁਣਾ 0 0, 0 'ਚ 1 ਜੋੜਿਆ 1। ਬਸ ਹੁਣ ਤੁਸੀਂ ਇਹ ਦੇਖਣਾ ਹੈ ਕਿ ਦਸ਼ਮਲਵ ਤੋਂ ਬਾਅਦ ਤੁਹਾਡੇ ਕੋਲ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ। ਦਸ਼ਮਲਵ ਤੋਂ ਬਾਅਦ ਮੇਰੇ ਕੋਲ ਸਿਰਫ ਇੱਕ ਸੰਖਿਆ ਹੈ, ਤਾਂ ਮਗਰਲੇ ਪਾਸਿਓਂ ਇਕਾਈ ਵਾਲੇ ਪਾਸਿਓਂ ਇੱਕ ਅੰਕ ਛੱਡ ਕੇ ਤੁਸੀਂ ਇੱਥੇ ਦਸ਼ਮਲਵ ਲਾ ਦਿਓ। ਤੁਹਾਡਾ ਉੱਤਰ ਆ ਗਿਆ 1.2 ਆਨਸਰ। ਇਸੇ ਤਰੀਕੇ ਨਾਲ ਤੀਸਰਾ ਭਾਗ ਹੈ 2.71 ਨੂੰ 5 ਨਾਲ ਗੁਣਾ ਕਰਨੀ ਹੈ। ਦਸ਼ਮਲਵ ਤੋਂ ਬਾਅਦ ਵਾਲੀਆਂ ਸੰਖਿਆਵਾਂ, ਜੋ ਵੀ ਸੰਖਿਆਵਾਂ ਦਸ਼ਮਲਵ ਵਾਲੀਆਂ ਹੋਣ, ਉਹਨਾਂ 'ਚ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਇਕੱਲੇ ਇਕੱਲੇ ਬੋਲੇ ਜਾਂਦੇ ਆ। ਯਾਨੀ ਕਿ ਤੁਸੀਂ ਇਹਨੂੰ 2.71 ਕਹਿਣਾ। 5 ਏਕਮ 5, 5 ਸਤਾ 35, 5 ਹੇਠਾਂ ਅਤੇ 3 ਚਲੇ ਗਏ ਹਾਸਲ ਦੇ ਵਿੱਚ। 5 ਦੂਣੀ 10, 10 'ਚ 3 ਜੋੜਿਆ ਜੀ 13। ਦੇਖੋ ਅੱਗੇ ਹੋਰ ਕੋਈ ਸੰਖਿਆ ਹੀ ਨਹੀਂ, ਸੋ ਹਾਸਲ ਵਾਲਾ ਏਕਾ ਹੇਠਾਂ ਹੀ ਰੱਖ ਦਿਓ। ਹੁਣ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਕੁੱਲ ਕਿੰਨੀਆਂ ਸੰਖਿਆਵਾਂ ਹੈ? 1 2। ਤਾਂ ਸਭ ਤੋਂ ਅਖੀਰ ਵਾਲੇ ਪਾਸਿਓਂ 1 ਤੇ 2 ਅੰਕ ਛੱਡ ਕੇ ਪੁਆਇੰਟ ਲਗਾ ਦਿਓ, ਤੁਹਾਡਾ ਆਨਸਰ ਆ ਗਿਆ। ਆਓ ਇੱਕ ਹੋਰ ਦੇਖੀਏ 6ਵਾਂ ਭਾਗ। ਇਸੇ ਤਰੀਕੇ ਨਾਲ 4 ਦੂਣੀ 8, 4 ਗੁਣਾ 0 0, 4 ਏਕਮ 4, 4 ਏਕਮ 4 ਅਤੇ 4 ਦੂਣੀ 8। ਦਸ਼ਮਲਵ ਤੋਂ ਬਾਅਦ ਸਾਡੇ ਕੋਲ 1 2, 2 ਸੰਖਿਆਵਾਂ 2 ਅੰਕ ਹੈ, ਤਾਂ ਅਖੀਰ ਵਾਲੇ ਪਾਸਿਓਂ 1 2 ਅੰਕ ਛੱਡ ਕੇ ਇੱਥੇ ਪੁਆਇੰਟ ਲਗਾ ਦਿਓ, ਆਨਸਰ ਆ ਚੁੱਕਿਆ। ਹੁਣ ਨੋਟ ਕਰੋ, ਤੁਹਾਡੇ ਕੋਲ ਦੂਸਰਾ ਭਾਗ ਸੀਗਾ ਪ੍ਰਸ਼ਨ ਦੂਸਰਾ। ਇੱਕ ਆਇਤ ਦਾ ਖੇਤਰਫਲ ਪਤਾ ਕਰੋ ਜਿਸ ਦੀ ਲੰਬਾਈ 5.7 ਸੈਂਟੀਮੀਟਰ ਅਤੇ ਚੌੜਾਈ 3 ਸੈਂਟੀਮੀਟਰ ਹੈ। ਅੱਛਾ, ਕਿਸੇ ਵੀ ਚੀਜ਼ ਦਾ ਖੇਤਰਫਲ ਕੀ ਹੁੰਦਾ ਹੈ? ਉਸ ਸਮਤਲ ਸਤ੍ਹਾ ਦੁਆਰਾ ਘੇਰੀ ਗਈ ਥਾਂ। ਬਈ ਉਹ ਕਿੰਨੀ ਥਾਂ ਘੇਰ ਰਹੀ ਹੈ, ਉਹਨੂੰ ਖੇਤਰਫਲ ਬੋਲਦੇ ਆ। ਤਾਂ ਆਇਤ ਦੀ ਲੰਬਾਈ ਦਿੱਤੀ ਹੈ ਤੁਹਾਨੂੰ 5.7 ਸੈਂਟੀਮੀਟਰ, ਇੰਗਲਿਸ਼ ਵਿੱਚ ਬੋਲੋਗੇ ਲੈਂਥ। ਚੌੜਾਈ ਦਿੱਤੀ ਹੈ 3 ਸੈਂਟੀਮੀਟਰ, ਬ੍ਰੈਥ। ਤਾਂ ਆਇਤ ਦਾ ਖੇਤਰਫਲ ਏਰੀਆ ਆਫ ਰੈਕਟੈਂਗਲ ਹੋ ਗਿਆ ਜੀ ਲੰਬਾਈ ਗੁਣਾ ਚੌੜਾਈ। 5.7 ਨੂੰ 3 ਨਾਲ ਗੁਣਾ ਕਰੋ। ਲਓ ਆਪਾਂ ਕਰਨ ਲੱਗੇ ਹਾਂ ਜੀ 5.7 ਨੂੰ 3 ਨਾਲ ਗੁਣਾ। 3 ਸਤਾ 21, ਹਾਸਲ ਆਏ 2 ਅਗਲੇ ਖਾਨੇ 'ਚ। 3 5 15, 2 ਜੋੜੇ ਜੀ 17, 7 ਹੇਠਾਂ 1 ਹਾਸਲ ਅੱਗੇ ਜਾਣਾ ਸੀ, ਅੱਗੇ ਸੰਖਿਆ ਹੀ ਹੈ ਨਹੀਂ, ਇੱਥੇ ਹੀ ਲਿਖ ਦੇਣਾ। ਦਸ਼ਮਲਵ ਤੋਂ ਬਾਅਦ ਸਿਰਫ ਇੱਕ ਅੰਕ ਹੈ, ਤਾਂ ਅਖੀਰ ਵਾਲੇ ਪਾਸਿਓਂ ਇੱਕ ਅੰਕ ਛੱਡ ਕੇ ਪੁਆਇੰਟ ਲਗਾ ਦਿਓ, ਤਾਂ ਤੁਹਾਡਾ ਉੱਤਰ ਆ ਗਿਆ 17.1 ਸੈਂਟੀਮੀਟਰ ਸਕੁਅਰ। ਇੱਕ ਗੱਲ ਯਾਦ ਰੱਖਣੀ ਹੈ, ਖੇਤਰਫਲ ਦੇ ਵਿੱਚ ਕਿਉਂਕਿ ਲੰਬਾਈ ਅਤੇ ਚੌੜਾਈ ਦੋਨਾਂ ਦੇ ਮਾਪ ਤੁਹਾਨੂੰ ਸੈਂਟੀਮੀਟਰ ਅਤੇ ਸੈਂਟੀਮੀਟਰ ਵਿੱਚ ਦਿੱਤੇ ਆ, ਸੋ ਸੈਂਟੀਮੀਟਰ ਦੀ ਘਾਤ 2 ਪਏਗਾ। ਸੈਂਟੀਮੀਟਰ ਦੀ ਘਾਤ ਦੁਬਾਰਾ ਕਹਿ ਰਿਹਾ, ਇੱਥੇ ਛੋਟਾ ਜਿਹਾ 2 ਲਗਾ ਦੇਣਾ, ਇਹਨੂੰ ਬੋਲਦੇ ਆ ਜੀ ਘਾਤ। ਆਓ ਹੁਣ ਅਸੀਂ ਦੇਖੀਏ ਕਿ ਦਸ਼ਮਲਵ ਸੰਖਿਆਵਾਂ ਨੂੰ ਕਿੰਨੀ ਆਸਾਨੀ ਨਾਲ 10 100 ਜਾਂ 1000 ਨਾਲ ਗੁਣਾ ਕੀਤਾ ਜਾ ਸਕਦਾ। ਲਓ, ਤਾਂ ਪਹਿਲਾ ਤੀਸਰੇ ਪ੍ਰਸ਼ਨ ਦਾ ਪਹਿਲਾ ਭਾਗ ਹੈ 1.3 ਨੂੰ 10 ਨਾਲ ਗੁਣਾ ਕਰਨੀ ਹੈ। ਤੁਸੀਂ ਆਪਣੇ ਮਨ ਦੇ ਵਿੱਚੋਂ ਸੋਚੋ, ਇੱਥੇ ਦਸ਼ਮਲਵ ਨਹੀਂ ਲੱਗਾ, ਯਾਨੀ ਕਿ ਤੁਹਾਡੇ ਕੋਲ ਰਕਮ ਨਜ਼ਰ ਆ ਰਹੀ ਹੈ 13 ਨਾਲ ਗੁਣਾ ਕਰਨਾ ਜੀ 10 ਨੂੰ। ਠੀਕ ਹੈ, ਤੁਸੀਂ ਸਿੰਪਲ 13 ਨੂੰ 10 ਨਾਲ ਗੁਣਾ ਕਰਨੀ ਹੈ, ਤਾਂ ਇਹਦਾ ਵੀ ਇੱਕ ਸੌਖਾ ਢੰਗ ਹੈ। ਸਭ ਤੋਂ ਪਿਛਲੇ ਵਾਲੀ 0 ਹੈ, ਉਹ ਲੁਕੋ ਲਓ, ਤਾਂ ਤੁਹਾਨੂੰ ਨਜ਼ਰ ਆ ਰਿਹਾ ਇਕੱਲਾ 1 ਨਜ਼ਰ ਆ ਰਿਹਾ ਨਾ। 1 ਗੁਣਾ 13 13। ਹੁਣ ਪਿੱਛੇ ਜਿੰਨੀਆਂ 0 ਗਿਣ ਕੇ ਨਾਲ ਲਾ ਦਿਓ, ਇਹ ਬਣ ਗਿਆ ਜੀ 130। ਠੀਕ ਹੈ, ਦਸ਼ਮਲਵ ਤੋਂ ਬਾਅਦ ਕਿੰਨੇ ਅੰਕ ਹੈ? ਸਿਰਫ 1 ਅੰਕ ਹੈ, ਤਾਂ ਮਗਰਲੇ ਪਾਸਿਓਂ 1 ਅੰਕ ਛੱਡ ਕੇ ਪੁਆਇੰਟ ਲਗਾ ਦਿਓ, ਤੁਹਾਡਾ ਆਨਸਰ ਆ ਚੁੱਕਿਆ। ਇਹਨੂੰ ਇਕੱਲਾ 13 ਵੀ ਲਿਖਿਆ ਜਾ ਸਕਦਾ, ਕਿਉਂਕਿ ਦਸ਼ਮਲਵ ਤੋਂ ਬਾਅਦ ਇਕੱਲੀ 0 ਹੋਵੇ ਤਾਂ ਉਹਨੂੰ ਛੱਡ ਸਕਦੇ ਹੋ। ਹੁਣ ਦੇਖੋ 36.8 ਹੈ, ਤਾਂ ਤੁਸੀਂ ਆਪਣੇ ਮਨ ਵਿੱਚ ਸੋਚੋ, ਇਹ ਰਕਮ ਹੈ 368। ਇੱਥੇ 0 ਲੁਕੋ ਲਓ, ਇਹ ਕਿੰਨਾ ਜੀ 1,
ਤਾਂ ਜੇ 368 ਨੂੰ 1 ਨਾਲ ਗੁਣਾ ਕਰੋਗੇ ਇਹ ਕਿੰਨਾ ਆ ਜਾਏਗਾ 368 ਏਕਮ 368। ਜ਼ੀਰੋ ਜਿੰਨੀਆਂ ਨਾਲ ਗੁਣਾ ਹੈ ਉਹ ਨਾਲ ਲਗਾ ਦਿਓ ਤਾਂ ਇਹ ਬਣ ਗਿਆ ਜੀ 3680। ਹੁਣ ਦਸ਼ਮਲਵ ਤੋਂ ਬਾਅਦ ਸਿਰਫ ਇੱਕ ਅੰਕ ਹੈ ਤਾਂ ਮਗਰਲੇ ਪਾਸੋਂ ਇੱਕ ਅੰਕ ਛੱਡ ਕੇ ਪੁਆਇੰਟ ਲਗਾ ਦਿਓ, ਤੁਹਾਡਾ ਆਨਸਰ ਆ ਗਿਆ। ਚਾਹੇ ਇਸ ਨੂੰ ਇਕੱਲਾ ਲਿਖ ਦਿਓ ਜੀ 368 ਆਨਸਰ। ਆਓ ਇੱਕ ਹੋਰ ਦੇਖੀਏ, ਜਿਵੇਂ 0.5 ਦੀ 10 ਨਾਲ ਗੁਣਾ ਹੈ ਤਾਂ ਤੁਸੀਂ ਕੀ ਕਰੋ ਜੀ, ਬਿਨਾਂ ਦਸ਼ਮਲਵ ਤੋਂ 0.5 ਜਾਂ ਇਕੱਲਾ 5 ਇਹਨੂੰ ਗੁਣਾ ਕਿਹਦੇ ਨਾਲ ਕਰਨੀ ਹੈ, 0 ਲਗਾਓ ਇਕੱਲੇ 1 ਨਾਲ ਤਾਂ 5 ਏਕਮ 5, ਇਹ ਵਾਲੀ ਸਿਫਰ ਉਹਦੇ ਨਾਲ ਲੱਗ ਗਈ। ਹੁਣ ਦੇਖੋ ਦਸ਼ਮਲਵ ਤੋਂ ਬਾਅਦ ਸਿੰਗਲ ਡਿਜਿਟ ਹੈ ਤਾਂ ਪਿੱਛੋਂ ਇੱਕ ਅੰਕ ਛੱਡ ਕੇ ਪੁਆਇੰਟ ਲਗਾ ਦਿਓ ਤਾਂ ਇਹ ਇਕੱਲਾ ਰਹਿ ਗਿਆ ਜੀ 5 ਆਨਸਰ। ਇਸੇ ਤਰੀਕੇ ਨਾਲ ਦੇਖੋ ਇੱਥੋਂ ਲਓ ਜੀ ਤੁਸੀਂ ਇਕੱਲਾ 9 ਤੇ ਇੱਥੋਂ ਲਓ ਜੀ 1, 9 ਏਕਮ 9, ਮਗਰ ਕਿੰਨੀਆਂ ਸਿਫਰਾਂ 2 ਗਿਣ ਕੇ ਨਾਲ ਲਗਾ ਦਿਓ। ਹੁਣ ਦਸ਼ਮਲਵ ਤੋਂ ਬਾਅਦ ਸਿਰਫ ਇੱਕ ਅੰਕ ਹੈ ਤਾਂ ਮਗਰਲੇ ਪਾਸਿਓਂ ਇੱਕ ਅੰਕ ਛੱਡ ਕੇ ਪੁਆਇੰਟ ਲਗਾ ਦਿਓ, ਯਾਨੀ ਕਿ ਇਹ ਤੁਹਾਡਾ ਇਕੱਲਾ ਰਹਿ ਗਿਆ ਜੀ 90। ਇਸੇ ਤਰੀਕੇ ਨਾਲ ਦੇਖੋ ਜੀ 31.1 ਹੈ ਤਾਂ ਤੁਸੀਂ ਆਪਣੇ ਮਨ ਵਿੱਚ ਬਿਨਾਂ ਦਸ਼ਮਲਵ ਸੋਚੋ ਜੀ ਇਹ 311 ਹੈ, 2 ਸਿਫਰਾਂ ਛੱਡ ਦਿਓ ਲੁਕੋ ਲਓ ਤਾਂ ਤੁਹਾਡੇ ਕੋਲ ਰਹਿ ਗਿਆ ਜੀ 1। ਤਾਂ ਹੁਣ 311 ਨੂੰ 1 ਨਾਲ ਗੁਣਾ ਕਰੋ, ਇਹ ਆ ਗਿਆ ਜੀ 311, ਮਗਰ 2 ਸਿਫਰਾਂ ਸੀ ਗਿਣ ਕੇ ਨਾਲ ਲਗਾ ਦਿਓ। ਦਸ਼ਮਲਵ ਤੋਂ ਬਾਅਦ ਸਿਰਫ ਇੱਕ ਅੰਕ ਹੈ, ਮਗਰਲੇ ਪਾਸੋਂ ਇੱਕ ਅੰਕ ਛੱਡ ਕੇ ਪੁਆਇੰਟ ਲਗਾ ਦਿਓ ਤਾਂ ਇਹ ਤੁਹਾਡਾ ਉੱਤਰ ਆ ਗਿਆ 3110। ਦਸ਼ਮਲਵ ਤੋਂ ਬਾਅਦ ਇਕੱਲੀ ਸਿਫਰ ਹੋਵੇ ਤਾਂ ਉਹ ਛੱਡੀ ਜਾ ਸਕਦੀ ਹੈ। ਤਾਂ ਇਸੇ ਤਰੀਕੇ ਨਾਲ ਇਹਦਾ ਉੱਤਰ ਕਿੰਨਾ ਆਏਗਾ ਜੀ, ਇੱਥੋਂ 8 ਆਇਆ, ਇੱਥੋਂ ਆਇਆ ਜੀ 1, 8 ਏਕਮ 8, ਇੱਕ ਸਿਫਰ ਹੈ ਗੁਣਾ ਦੇ ਵਿੱਚ 10 ਸੀ ਨਾ ਤਾਂ ਇੱਥੇ ਸਿਫਰ ਲੱਗ ਗਈ। ਦਸ਼ਮਲਵ ਤੋਂ ਬਾਅਦ 2 ਅੰਕ ਹੈ ਤਾਂ ਮਗਰਲੇ ਪਾਸੋਂ 2 ਅੰਕ ਛੱਡ ਕੇ ਦਸ਼ਮਲਵ ਲਗਾ ਦਿਓ। ਹੁਣ ਦਸ਼ਮਲਵ ਤੋਂ ਬਾਅਦ ਸਭ ਤੋਂ ਮਗਰਲੇ ਪਾਸੇ ਸਿੰਗਲ 0 ਹੈ ਤਾਂ ਇਹ ਤੁਸੀਂ ਛੱਡ ਵੀ ਸਕਦੇ ਹੋ, ਇਕੱਲਾ ਉੱਤਰ ਰਹਿ ਗਿਆ ਤੁਹਾਡਾ 0.8। ਇਹ ਵੀ ਉੱਤਰ ਸਹੀ ਹੈ, ਇਹ ਵੀ ਉੱਤਰ ਸਹੀ ਹੈ, ਪਰ ਵਧੀਆ ਆਦਤ ਹੈ ਦਸ਼ਮਲਵ ਤੋਂ ਪਹਿਲਾਂ ਕੁਝ ਨਾ ਲੱਗਾ ਹੋਵੇ ਤਾਂ ਸਿਫਰ ਲਗਾ ਦਈਦੀ ਹੈ। ਤਿੰਨਾਂ 'ਚੋਂ ਜਿਹੜਾ ਮਰਜ਼ੀ ਉੱਤਰ ਤੁਸੀਂ ਵਰਤ ਸਕਦੇ ਹੋ ਜੀ। ਹੁਣ ਇਹ ਦੇਖੋ ਜੀ ਇੱਥੇ ਆਇਆ ਜੀ ਦਸ਼ਮਲਵ ਤੋਂ ਬਗੈਰ ਇਕੱਲਾ 3, ਪਹਿਲੀਆਂ ਜ਼ੀਰੋਆਂ ਦਾ ਕੋਈ ਮੁੱਲ ਨਹੀਂ ਹੋਏਗਾ। ਹੁਣ ਇੱਥੇ ਆਇਆ ਜੀ ਇਕੱਲਾ 1, 3 ਏਕਮ 3, 3 ਸਿਫਰਾਂ ਨਾਲ ਲੱਗੀਆਂ ਹੋਈਆਂ ਜੀ ਕਿਉਂਕਿ 1000 ਹੈ ਨਾ, 3 ਸਿਫਰਾਂ ਨਾਲ ਲਗਾ ਦਿਓ 3 ਸਿਫਰਾਂ। ਦਸ਼ਮਲਵ ਤੋਂ ਬਾਅਦ 2 ਅੰਕ ਹੈ, ਮਗਰਲੇ ਪਾਸੋਂ 2 ਅੰਕ ਛੱਡ ਕੇ ਪੁਆਇੰਟ ਲਗਾ ਦਿਓ ਤਾਂ ਇਹ ਤੁਹਾਡਾ ਉੱਤਰ ਆ ਗਿਆ ਜੀ ਇਕੱਲਾ 30, ਕਿਉਂਕਿ ਦਸ਼ਮਲਵ ਤੋਂ ਬਾਅਦ ਪਿਛਲੇ ਪਾਸੇ ਇਕੱਲੀਆਂ ਸਿਫਰਾਂ ਹੈ ਤਾਂ ਉਹ ਲਿਖਣ ਦੀ ਲੋੜ ਨਹੀਂ ਹੁੰਦੀ, ਤਾਂ ਇਕੱਲਾ 30 ਆਨਸਰ ਆ ਚੁੱਕਿਆ। ਆਓ ਅਗਲਾ ਪ੍ਰਸ਼ਨ ਕਰਕੇ ਦੇਖੀਏ ਆਪਾਂ। ਹੁਣ ਦੇਖੋ ਚੌਥਾ ਪ੍ਰਸ਼ਨ ਸੀ, ਇੱਕ 2 ਪਹੀਆ ਵਾਹਨ 1 ਲੀਟਰ ਪੈਟਰੋਲ ਵਿੱਚ 55.3 ਕਿਲੋਮੀਟਰ ਦੂਰੀ ਤੈਅ ਕਰਦਾ ਹੈ, 10 ਲੀਟਰ ਪੈਟਰੋਲ 'ਚ ਕਿੰਨੀ ਦੂਰੀ ਤੈਅ ਕਰੇਗਾ। ਲਓ ਦੇਖੋ 1 ਲੀਟਰ ਵਿੱਚ ਪੈਟਰੋਲ ਵਿੱਚ ਤੈਅ ਦੂਰੀ 55.3 ਕਿਲੋਮੀਟਰ, 10 ਲੀਟਰ ਪੈਟਰੋਲ ਵਿੱਚ ਕਿੰਨੀ ਦੂਰੀ ਤੈਅ ਕਰੇਗਾ, 10 ਨਾਲ ਗੁਣਾ ਕਰ ਲਓ। ਹੁਣ ਲਓ ਜੀ ਉਹੀ ਹਿਸਾਬ ਹੋ ਗਿਆ, ਚਾਹੇ ਤਾਂ ਸਿੱਧਾ ਆਨਸਰ ਲਿਖ ਦਿਓ, ਨਹੀਂ ਤਾਂ ਜੇ ਤੁਸੀਂ ਸਿੱਧਾ ਆਨਸਰ ਨਹੀਂ ਵੀ ਲਿਖਣਾ ਚਾਹੁੰਦੇ ਤਾਂ ਤੁਸੀਂ ਇਹਦਾ ਦਸ਼ਮਲਵ ਵੀ ਉਡਾ ਸਕਦੇ ਹੋ। ਦਸ਼ਮਲਵ ਉਡਾਇਆ, ਹੇਠਾਂ ਉਹਦੀ ਜਗ੍ਹਾ 'ਤੇ 1, ਮਗਰ ਜਿੰਨੇ ਅੰਕ ਹੈ ਉਨੀਆਂ ਸਿਫਰਾਂ। 1 ਅੰਕ ਸੀ ਤਾਂ 1 ਸਿਫਰ, 10 ਨਾਲ 10 ਕੱਟਿਆ ਗਿਆ, 553 ਗੁਣਾ 1 553 ਕਿਲੋਮੀਟਰ ਆਨਸਰ। ਦੇਖ ਲਓ ਜੇ ਤੁਸੀਂ ਸਿੱਧਾ ਵੀ ਗੁਣਾ ਕਰਦੇ 55.3 ਨੂੰ 10 ਨਾਲ ਤਾਂ 553 ਏਕਮ 553, ਪਿੱਛੇ 1 ਸਿਫਰ ਹੈ ਲੱਗ ਜਾਂਦੀ ਨਾਲ। ਦਸ਼ਮਲਵ ਤੋਂ ਬਾਅਦ 1 ਅੰਕ ਹੈ, ਮਗਰਲੇ ਪਾਸੋਂ 1 ਅੰਕ ਛੱਡ ਕੇ ਪੁਆਇੰਟ ਲਗਾ ਲਓ ਤਾਂ ਵੀ ਤੁਹਾਡਾ ਉੱਤਰ 553 ਹੀ ਆਇਆ ਨਾ। ਤਾਂ ਇਸ ਕਰਕੇ ਇਹਨਾਂ ਦੋਨਾਂ 'ਚੋਂ ਜਿਹੜਾ ਮਰਜ਼ੀ ਢੰਗ ਵਰਤਿਆ ਜਾ ਸਕਦਾ ਹੈ। 553 ਕਿਲੋਮੀਟਰ ਇੰਗਲਿਸ਼ ਵਿੱਚ ਲਿਖਾਂਗੇ ਜੀ, ਡਿਸਟੈਂਸ ਟਰੈਵਲਡ ਇਨ 1 ਲੀਟਰ ਪੈਟਰੋਲ ਇਜ਼ ਇਕੁਅਲ ਟੂ 55.3 ਕਿਲੋਮੀਟਰ, ਡਿਸਟੈਂਸ ਟਰੈਵਲਡ ਇਨ 10 ਲੀਟਰ ਪੈਟਰੋਲ। ਇਸ ਕਰਕੇ 1 ਬਿੰਦੀ ਉੱਪਰ 2 ਬਿੰਦੀਆਂ ਹੇਠਾਂ, ਇਸ ਦਾ ਮਤਲਬ ਹੁੰਦਾ ਜੀ ਇਸ ਲਈ, ਦੇਅਰਫੋਰ। ਬਸ 10 ਨਾਲ ਗੁਣਾ ਕਰਤਾ 55.3 ਨੂੰ, ਤੁਹਾਡਾ ਉੱਤਰ ਬਣ ਗਿਆ। ਪੰਜਵਾਂ ਪ੍ਰਸ਼ਨ ਹੈ, ਇਹਦੇ ਵਿੱਚ ਅਸੀਂ ਵੱਖ-ਵੱਖ ਦਸ਼ਮਲਵ ਸੰਖਿਆਵਾਂ ਦੀ ਗੁਣਾ ਕਰਨੀ ਹੈ
बिल्कुल सौखा है जी। जिस तरह मेरा पहला भाग सी 2.5 ਨੂੰ 0.3 ਨਾਲ गुणा करनी है, मैं 2.5 लिखिया, हेठां 0.3 लिखिया जी। बिना दशमलव तो जिवें गुणा करी दी है कर देना जी। 3 5 15, हंस लाया 1, 3 दूनी 6 ते 1 7। हुण नोट करो दशमलव तो बाद दीयां संख्यावां, एक अंक उपर पिया तो एक अंक हेठा, तो दशमलव तो बाद कुल 1 ते 2 2 अंक हो गए। तो हुण पिछले पासियों 1 ते 2 अंक छड्ड के इत्थे पॉइंट लग जाएगा। पॉइंट तो अगे 0 अपने कोलों लगा लो, तो यदा उत्तर आ गया 0.75 आंसर। आओ एक प्रश्न होर करके देखिए। इस तरह 2 8 16, हंस लाया 1, 2 6 12 ते 1 13, हंस लाया 1, 2 1 2 ते 1 3, 2 3 6। दशमलव तो बाद एक अंक ये पिया जी, एक होर अंक पिया, 1 ते 1 2 अंक पे है। तो अखीर वाले पासों 1 2 अंक छड्ड के पॉइंट लगा दो, तो उत्तर आ गया जी 63.36। आओ इहदा एक होर भाग करके देखिए। इस तरीके नाल 11.2 ਨੂੰ 0.15 ਨਾਲ गुणा करनी है जी। सिंपल गुणा करन लगा पहला मैं, 5 दूनी 10, हंस लाया जी 1, 5 एकम 5 ते 1 6, 5 एकम 5। इत्थे गुणा का निशान, क्रॉस का निशान जिन्हों कहने आपां है ना, क्रॉस का निशान। 1 दूनी दूनी, 1 एकम 1, 1 एकम 1। ठीक है जी। हुण इन्हां दा जोड़ करन लगा मैं, 0 ते क्रॉस 0 रह गया जी, 6 ते 2 8, 5 ते 1 6 1। दशमलव तो बाद 1 2 3 संख्यावां है, तो पिछले पासों 3 अंक छड्ड के पॉइंट लगा दो, तो उत्तर आ गया 1.680। लास्ट दे उपर 0 है जी, 0 तो पिछे कोई अंक नहीं, सो ये 0 छड्डी भी जा सकती है। तो आंसर इन्ना आ चुकिया। अगला भाग है जी 10.05 ਨੂੰ 1.05 ਨਾਲ गुणा करनी है। आओ करिए। 5 5 25, हंस लाई 2, 5 गुणा 0 0, 2 जोड़े 2, 5 गुणा 0 0, 5 एकम 5। पहला क्रॉस का निशान। हुण 0 ਨੂੰ गुणा करोगे किसी मर्जी अंक नाल 0 ही बन जाएगा। 0 गुणा 5 0, 0 गुणा 0, 0 गुणा 0, 0 गुणा 1 0। फिर अगली लाइन दे विच 2 क्रॉस के निशान पैणगे। हुण 1 नाल गुणा, 1 5 5, 1 0 0, 1 0 0, 1 एकम 1। हुण इस तो बाद इन्हां दा जोड़ करन लगा जी मैं, ध्यान नाल देखियो। 5 2 जमा 0 2, फिर 5, फिर 5 0 1। हुण दशमलव तो बाद नोट करो 1 2 3 4 अंक है कुल, तो अखीर वाले पासियों 1 2 3 4 अंक छड्ड के इत्थे दशमलव ला दिओ, तो उत्तर आ गया 10.5525 आंसर। बाकी भाग इस तरह किए जा सकते हैं।